जति सती नहीं पढ़िया। मूरख मुग्धा जन्म पया। प्रणवत नानक तिन की शरणा। जिन तू नाही विसरिया। ज्ञान ध्यान किश कर्म न जाना। सार न जाना तेरी। सब ते वड्डा सतगुर नानक। जिन कल राखी मेरी। सब ते वड्डा सतगुर नानक। जिन कल राखी मेरी। धन वाहिगुरु साहिब जीओ। गौड़ी महिला पंजवा। ताका दर्श पाइए वड भागी। जाकी राम नाम लिव लागी। ताका दर्श पाइए वड भागी। जाकी राम नाम लिव लागी। जाकै हर वस्या मन माही। ताको दुख सुपने भी नाही। रहाओ सर्ब निदान राखे जन माहे। ताक संग किल विख दुख जाहे। जन की महिमा कथी न जाए। पार ब्रह्म जन रहया समाए। कर कृपा प्रभ बिनो सुनीजै। दास की तूर नानक को दीजै। कर कृपा प्रभ बिनो सुनीजै। दास की तूर नानक को दीजै। वाहिगुरू
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਬਰ ਛਤਰ ਤਖਤ ਦੇ ਮਾਲਕ ਮੁਜਸਮਾਏ ਸਿਫਤੋ ਸਫਾਤ ਰਹਿਬਰ ਕੁਲ ਆਲਮ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਅਤੇ ਫਤਿਹ ਟੀਵੀ ਦੇ ਮਾਧਿਅਮ ਦੇ ਰਾਹੀਂ ਆਪਣੇ ਘਰਾਂ ਵਿੱਚ ਗੁਰੂ ਚਰਨਾਂ ਨਾਲ ਜੁੜ ਕਰਕੇ ਬੈਠੇ ਗੁਰੂ ਸਵਾਰਿਓ ਅਤੇ ਵਡਭਾਗੇ ਹਾਂ ਜੋ ਅੰਮ੍ਰਿਤ ਵੇਲੇ ਹਜ਼ੂਰ ਦੀ ਪਾਵਨ ਬਾਣੀ ਸਰਵਨ ਕਰਨ ਦਾ ਸੁਭਾਗ ਸਮਾਂ ਮਿਲਿਆ ਹੈ। ਗੁਰੂ ਸਵਾਰੇ ਕੀਰਤਨੀਆਂ ਦੇ ਪਾਸੋਂ ਆਪ ਜੀ ਬੜੇ ਹੀ ਪ੍ਰੇਮ ਸਹਿਤ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸਰਵਨ ਕਰ ਰਹੇ ਸੀ। ਆਓ ਲੜੀਵਾਰ ਪਵਿੱਤਰ ਬਾਣੀ ਦੀ ਜੋ ਵਿਚਾਰ ਚੱਲ ਰਹੀ ਹੈ, ਇਸ ਲੜੀ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜੀਏ। ਅੱਜ ਦਾ ਵਿਚਾਰ ਅਧੀਨ ਪਾਵਨ ਸ਼ਬਦ ਗੌੜੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 193 ਦੇ ਉੱਪਰ ਸੁਭਾਇਮਾਨ ਹੈ। ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਬਚਨ ਗੌੜੀ ਮਹਿਲਾ ਪੰਜਵਾਂ। ਤਾ ਕਾ ਦਰਸ਼ ਪਾਈਐ ਵਡਭਾਗੀ ਜਾ ਕੀ RAM ਨਾਮ ਲਿਵ ਲਾਗੀ ਜਾ ਕੈ ਹਰ ਵਸਿਆ ਮਨ ਮਾਹੀ ਤਾ ਕੋ ਦੁਖ ਸੁਪਨੇ ਭੀ ਨਾਹੀ। ਰਹਾਓ। ਅੱਜ ਦੇ ਪਵਿੱਤਰ ਵਿਚਾਰ ਅਧੀਨ ਸ਼ਬਦ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਇੱਕ ਅਰਦਾਸ ਦੇ ਰੂਪ ਦੇ ਵਿੱਚ, ਇੱਕ ਬੇਨਤੀ ਦੇ ਰੂਪ ਦੇ ਵਿੱਚ ਇਹ ਸ਼ਬਦ ਦੇ ਅੰਦਰ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ। ਉਹ ਬੇਨਤੀ ਪ੍ਰਭੂ ਚਰਨਾਂ ਵਿੱਚ ਕੀਤੀ ਗਈ ਹੈ। ਉਸ ਬੇਨਤੀ ਦਾ ਭਾਵ ਹਰ ਇੱਕ ਗੁਰਸਿੱਖ ਰੋਜ਼ ਹੀ ਅਰਦਾਸ ਦੇ ਵਿੱਚ ਬੇਨਤੀ ਕਰਦਾ ਹੈ। ਜਿਸ ਵੇਲੇ ਆਪਾਂ ਅਰਦਾਸ ਕਰਦੇ ਹਾਂ ਤੇ ਅਰਦਾਸ ਦੀ ਸਮਾਪਤੀ ਤੇ ਜਾ ਕਰਕੇ ਇਹ ਸ਼ਬਦ ਹਰ ਇੱਕ ਗੁਰਸਿੱਖ ਪੜ੍ਹਦਾ ਤੇ ਸੁਣਦਾ ਏ। ਬੜੇ ਹੀ ਭਾਵ ਪੂਰਤ ਸ਼ਬਦ ਹਨ। ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਹੁਣ ਬੇਨਤੀ ਹਰ ਇੱਕ ਗੁਰਸਿੱਖ ਅਰਦਾਸ ਦੇ ਵਿੱਚ ਕਰਦਾ ਹੈ, ਪ੍ਰਭੂ ਮੈਨੂੰ ਐਸੇ ਗੁਰਮੁਖ ਪਿਆਰਿਆਂ ਦਾ ਮਿਲਾਪ ਕਰਾਓ ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਚੇਤੇ ਆਵੇ। ਤੇ ਸਾਧ ਸੰਗਤ ਅਰਦਾਸ ਦੇ ਵਿੱਚ ਆਪਾਂ ਇਹ ਵੀ ਭਾਵ ਸਮਝ ਚੁੱਕੇ ਹਾਂ ਕਿ ਨਾਮ ਚਿੱਤ ਆਉਣ ਦੇ ਨਾਲ ਕੀ ਹੋਏਗਾ। ਅਰਦਾਸ ਦੇ ਅੰਦਰ ਜਦੋਂ ਆਪਾਂ
ਸਰਬੱਤ ਖਾਲਸੇ ਦੀ ਅਰਦਾਸ ਕਰਦੇ ਆਂ ਤੇ ਇਹ ਵਚਨ ਪੜ੍ਹਦੇ ਆਂ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਵਾਹਿਗੁਰੂ ਚੇਤੇ ਆਵੇ ਤੇ ਉਸ ਚੇਤੇ ਆਉਣ ਦੇ ਸਦਕਾ ਜ਼ਿੰਦਗੀ ਵਿੱਚ ਸੁਖ ਆਏਗਾ। ਇਸ ਕਰਕੇ ਹਰ ਇੱਕ ਗੁਰਸਿੱਖ ਇਹ ਅਰਦਾਸ ਕਰਦਾ ਏ, ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਐਸੇ ਗੁਰਮੁਖ ਪਿਆਰਿਆਂ ਦਾ ਮੇਲ ਮੈਨੂੰ ਹੋਵੇ ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਚੇਤੇ ਆਵੇ। ਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਪੜ੍ਹੀਏ ਤੇ ਮਹਾਰਾਜ ਨੇ ਆਖਿਆ, ਅਸਲ ਦੇ ਅੰਦਰ ਹਰੇਕ ਮਨੁੱਖ ਇਹ ਕਹਿੰਦਾ ਕਿ ਮੇਰੇ ਬਹੁਤ ਸਾਰੇ ਸੱਜਣ ਤੇ ਮਿੱਤਰ ਨੇ। ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਬੜੇ ਲੋਕ ਇਹ ਕਹਿੰਦੇ ਜੀ ਮੇਰੀ ਫੇਸਬੁੱਕ ਦੇ ਉੱਪਰ ਮੇਰੇ 5000 ਜਿਹੜੇ ਫਰੈਂਡ ਬਣੇ ਹੋਏ ਨੇ। ਕੋਈ ਕਹਿੰਦਾ ਜੀ ਮੇਰਾ ਪੇਜ ਬਣਿਆ ਹੋਇਆ ਤੇ ਮੇਰੇ ਪੇਜ ਨੂੰ ਫੋਲੋ ਕਰਨ ਵਾਲੇ ਲੱਖਾਂ ਹੀ ਲੋਕ ਨੇ, ਲੱਖਾਂ ਹੀ ਮੇਰੇ ਮਿੱਤਰ ਨੇ। ਪਰ ਮਹਾਰਾਜ ਨੇ ਆਖਿਆ ਦੁਨਿਆਵੀ ਤੌਰ ਤੇ ਤੇਰੇ 5000 10,000 20,000 ਲੱਖਾਂ ਦੀ ਗਿਣਤੀ ਵਿੱਚ ਤੇਰੇ ਮਿੱਤਰ ਹੋ ਸਕਦੇ ਨੇ, ਪਰ ਜੇ ਗੁਰਬਾਣੀ ਦੇ ਰਾਹੀਂ ਸਮਝਾਂਗੇ ਤਾਂ ਪਤਾ ਲੱਗੇਗਾ ਕਿ ਸਾਡਾ ਸੱਚਾ ਮਿੱਤਰ ਕੌਣ ਹੈ। ਬਾਣੀ ਦਾ ਬੜਾ ਪਿਆਰਾ ਬਚਨ, ਜਿਨ੍ਹਾਂ ਦੇ ਸੰਦੜਿਆ ਦੁਰਮਤ ਵੰਜੈ, ਮਿੱਤਰ ਅਸਾਡੜੇ ਸੇਈ, ਹਉ ਟੁੰਢੇਂਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇਈ। ਹਜੂਰ ਨੇ ਆਖਿਆ ਜਿਨ੍ਹਾਂ ਦੇ ਦਰਸ਼ਨ ਕਰਦਿਆਂ ਹੀ ਸਾਡੀ ਦੁਰਮਤ, ਦੁਰਮਤ ਦਾ ਭਾਵ ਹੈ ਭੈੜੀ ਮਤ, ਖੋਟੀ ਮਤ ਨਾਸ ਹੋ ਜਾਏ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ। ਹਜੂਰ ਨੇ ਆਖਿਆ ਉਹੀ ਮੇਰੇ ਮਿੱਤਰ ਨੇ ਜਿਨ੍ਹਾਂ ਦੇ ਦਰਸ਼ਨ ਕਰਦਿਆਂ ਮੇਰੀ ਖੋਟੀ ਮਤ ਦਾ ਨਾਸ ਹੋ ਜਾਏ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਜਿਨ੍ਹਾਂ ਦਸੰਦੜਿਆ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ, ਹਉ ਟੁੰਡੇਂਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇਈ। ਕਹਿੰਦੇ ਐਸੇ ਮਿੱਤਰ ਤੇ ਬਹੁਤ ਵਿਰਲੇ ਮਿਲਣਗੇ। ਹਜੂਰ ਨੇ ਆਖਿਆ ਇਹ ਗੱਲ ਨਹੀਂ ਕਿ ਹੈ ਨਹੀਂ, ਹੁੰਦੇ ਨੇ ਪਰ ਬਹੁਤ ਵਿਰਲੇ ਹੈਣ। ਵਿਰਲੇ ਨਾਹੀ ਘਣੇ, ਫੈਲ ਫਕੜ ਸੰਸਾਰ। ਐਸੇ ਮਿੱਤਰ, ਐਸੇ ਸੱਜਣ, ਐਸੇ ਜਨ ਵਿਰਲੇ ਮਿਲਣਗੇ ਜਿਨ੍ਹਾਂ ਨੂੰ ਮਿਲ ਕੇ ਤੁਹਾਨੂੰ ਪਰਮੇਸ਼ਰ ਦਾ ਚੇਤਾ ਆ ਜਾਏ। ਤੇ ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਬਚਨ ਪੜ੍ਹੀਏ। ਸ਼ਲੋਕ ਬਾਬਾ ਫਰੀਦ ਸਾਹਿਬ ਆਪਣੇ ਸ਼ਲੋਕਾਂ ਦੇ ਵਿੱਚ ਬੜਾ ਪਿਆਰਾ ਖਿਆਲ ਬਖਸ਼ਿਸ਼ ਕਰਦੇ ਨੇ। ਕਹਿਣ ਲੱਗੇ ਫਰੀਦਾ ਗੱਲੀ ਸੋ ਸੱਜਣ ਵੀ। ਕਹਿੰਦੇ ਗੱਲਾਂ ਬਾਤਾਂ ਵਾਲੇ 20 ਸੱਜਣ ਮਿਲ ਜਾਣਗੇ। ਫਰੀਦਾ ਗੱਲੀ ਸੋ ਸੱਜਣ ਵੀ, ਇੱਕ ਟੁੰਡੇਂਦੀ ਨਾ ਲਹਾਂ। ਪਰ ਮੈਨੂੰ ਕਹਿੰਦੇ ਉਹ ਪਿਆਰਾ ਸੱਜਣ, ਉਹ ਮਿੱਤਰ ਨਹੀਂ ਮਿਲਿਆ ਜਿਹਦੇ ਦਰਸ਼ਨ ਕਰਕੇ ਮੈਨੂੰ ਰੱਬ ਦਾ ਚੇਤਾ ਆਵੇ। ਉਹ ਨਹੀਂ ਅਜੇ ਤੱਕ ਮਿਲਿਆ। ਗੱਲਾਂ ਬਾਤਾਂ ਵਾਲੇ ਤੇ 20 ਮਿਲ ਗਏ ਨੇ, ਖਾਣ ਪੀਣ ਵਾਲੇ 20 ਮਿਲ ਗਏ ਨੇ। ਕਹਿੰਦੇ ਇੱਕ ਉਹ ਪਿਆਰਾ ਸੱਜਣ ਨਹੀਂ ਮਿਲਿਆ ਜਿਹਨੂੰ ਮਿਲ ਕੇ ਪਰਮੇਸ਼ਰ ਖੁਦਾ ਦਾ ਚੇਤਾ ਆਏ। ਤੇ ਕਹਿਣ ਲੱਗੇ ਹੋਇਆ ਕਿ ਫਰੀਦਾ ਗੱਲੀ ਸੋ ਸੱਜਣ ਵੀ, ਇੱਕ ਟੁੰਡੇਂਦੀ ਨਾ ਲਹਾਂ। ਧੁਖਾਂ ਜਿਉ ਮਾਲੀ ਕਾਰਨ
ਤਿਨਾ ਮਾਪ ਪਿਰੀ। ਕਹਿਣ ਲੱਗੇ ਇੱਕ ਉਹ ਸੱਜਣ ਨਹੀਂ ਮਿਲਿਆ ਜਿਹਨੂੰ ਮਿਲ ਕੇ ਪਰਮੇਸ਼ਰ ਦਾ ਚੇਤਾ ਆਉਣਾ ਸੀ। ਗੱਲਾਂ ਬਾਤਾਂ ਵਾਲੇ ਵੀ ਮਿਲ ਗਏ, ਭਾਵ ਕਈ ਮਿੱਤਰ ਬਣ ਗਏ। ਤੋ ਉਹਨਾਂ ਗੱਲਾਂ ਬਾਤਾਂ ਵਾਲੇ ਮਿੱਤਰਾਂ ਨੇ, ਦੁਨਿਆਵੀ ਮਿੱਤਰਾਂ ਨੇ ਜ਼ਿੰਦਗੀ ਐਸੀ ਬਣਾ ਦਿੱਤੀ ਹੈ। ਕਈ ਵਾਰ ਆਪਾਂ ਵੇਖਦੇ ਮਾੜੀ ਸੰਗਤ ਵਿੱਚ ਜਦੋਂ ਬੰਦਾ ਪੈ ਜਾਂਦਾ ਤੇ ਉਹਨੂੰ ਜ਼ਿੰਦਗੀ ਵਿੱਚ ਸੁੱਖ ਨਹੀਂ ਮਿਲਦਾ, ਉਹਦੀ ਜ਼ਿੰਦਗੀ ਵਿੱਚ ਉਹਨੂੰ ਇਹੋ ਜਿਹਾ ਦੁੱਖ ਘੇਰ ਲੈਂਦੇ ਨੇ, ਉਹ ਸਾਰੀ ਜ਼ਿੰਦਗੀ ਦੁਖਦਾ ਰਹਿੰਦਾ ਹੈ। ਤੇ ਬਾਬਾ ਫਰੀਦ ਸਾਹਿਬ ਨੇ ਜ਼ਿਕਰ ਕੀਤਾ, ਦੁੱਖਾਂ ਜਿਉ ਮਾਲੀ ਕਾਰਨ ਤਿੰਨਾ ਮਾਪ ਪਿਰੀ। ਪਿੰਡਾਂ ਦੇ ਵਿੱਚ ਆਪਾਂ ਦੇਖਦੇ ਆ, ਰੂੜੀ ਜਿਹੜੀ ਹੈ ਨਾ, ਪਸ਼ੂਆਂ ਦਾ ਗੋਹਾ, ਰੂੜੀ, ਬਰੀਕ ਰੂੜੀ ਉਹਨੂੰ ਮਾਲੀ ਕਹਿੰਦੇ ਨੇ। ਉਹਨੂੰ ਅੱਗ ਲੱਗੀ ਹੋਵੇ ਨਾ ਤੇ ਉਹ ਫਟਾਫਟ ਬਲ ਕੇ ਅੱਗ ਬੁਝਦੀ ਨਹੀਂ, ਖਤਮ ਨਹੀਂ ਹੁੰਦੀ। ਉਹਨੂੰ ਲੱਗੀ ਹੋਈ ਅੱਗ ਸੁਲਗਦੀ ਰਹਿੰਦੀ ਹੈ, ਧੁਖਦੀ ਰਹਿੰਦੀ ਹੈ। ਬਾਬਾ ਫਰੀਦ ਸਾਹਿਬ ਕਹਿਣ ਲੱਗੇ, ਗੱਲਾਂ ਬਾਤਾਂ ਵਾਲੇ ਸੱਜਣਾ ਦੇ ਕਰਕੇ ਅੱਜ ਜ਼ਿੰਦਗੀ ਵਿੱਚ ਉਹ ਧੁਖੀ ਲੱਗੀ ਹੋਈ ਹੈ। ਉਹ ਇੱਕ ਪਿਆਰਾ ਸੱਜਣ ਨਹੀਂ ਮਿਲਿਆ ਜਿਹਨੂੰ ਮਿਲ ਕੇ ਪਰਮੇਸ਼ਰ ਦਾ ਨਾਮ ਚੇਤਿਆ ਜਾਣਾ ਸੀ। ਤੋ ਇਸੇ ਕਰਕੇ ਅੱਜ ਦੇ ਵਿਚਾਰ ਅਧੀਨ ਸ਼ਬਦ ਵਿੱਚ ਵੀ ਮਹਾਰਾਜ ਇਹੋ ਹੀ ਬੇਨਤੀ ਕਰ ਰਹੇ ਨੇ, ਤਾ ਕਾ ਦਰਸ਼ ਪਾਈਐ ਵਡ ਭਾਗੀ। ਕਹਿੰਦੇ ਐਸਾ ਰੱਬ ਦਾ ਪਿਆਰਾ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ। ਐਸੇ ਰੱਬ ਦੇ ਪਿਆਰੇ ਸੇਵਕ ਬੰਦਗੀ ਵਾਲੇ ਦੇ ਦਰਸ਼ਨ ਵੱਡੇ ਭਾਗਾਂ ਨਾਲ ਹੀ ਮਿਲਦੇ ਨੇ। ਜਾ ਕੀ RAM ਨਾਮ ਲਿਵ ਲਾਗੀ, ਜਿਹਦੀ ਲਿਵ ਪਰਮੇਸ਼ਰ ਦੇ ਨਾਮ ਦੇ ਵਿੱਚ ਲੱਗੀ ਹੋਵੇ, ਐਸਾ ਗੁਰਮੁਖ ਪਿਆਰਾ ਵੱਡੇ ਭਾਗਾਂ ਨਾਲ ਮਿਲਦਾ ਏ। ਐਸੇ ਗੁਰਮੁਖ ਦੇ ਦਰਸ਼ਨ ਵੱਡੇ ਭਾਗਾਂ ਨਾਲ ਹੀ ਹੁੰਦੇ ਨੇ। ਬਾਬਾ ਕਬੀਰ ਸਾਹਿਬ ਦੇ ਬੜੇ ਪਿਆਰੇ ਬਚਨ ਨੇ। ਕਬੀਰ ਸਾਹਿਬ ਕਹਿਣ ਲੱਗੇ, ਮੈਨੂੰ ਸਮਝ ਆ ਗਈ ਹੈ ਜ਼ਿੰਦਗੀ ਦੀ, ਹਜ਼ਾਰਾਂ ਮਿੱਤਰ ਬਣਾਉਣ ਨਾਲੋਂ ਮੈਂ ਇੱਕ ਐਸਾ ਮਿੱਤਰ ਬਣਾਵਾਂ ਜਿਹਨੂੰ ਮਿਲ ਕੇ ਮੇਰੀ ਜ਼ਿੰਦਗੀ ਦੇ ਵਿੱਚ ਮੇਰਾ ਭਲਾ ਹੋ ਸਕੇ। ਤੇ ਉਹਨਾਂ ਨੇ ਬੜੇ ਪਿਆਰੇ ਖਿਆਲ ਆਪਣੇ ਸ਼ਲੋਕਾਂ ਵਿੱਚ ਬਖਸ਼ੇ ਨੇ। ਕਹਿਣ ਲੱਗੇ, ਸੰਤਨ ਕੀ ਝੁੰਗੀਆ ਭਲੀ, ਪਾਠਕ ਸਤੀ ਗਾਉ, ਆਗ ਲੱਗੋ ਤੇ ਤਹਲਰ ਜੇ ਨਾਹੀ ਹਰ ਕੋ ਨਾਉ। ਕਹਿਣ ਲੱਗੇ, ਮੈਂ ਬੰਦਗੀ ਕਰਨ ਵਾਲੇ ਗੁਰਮੁਖਾਂ ਦੀ ਸ਼ਨ ਵਿੱਚ ਝੁੱਗੀ ਵਿੱਚ ਰਹਿ ਕੇ ਵੀ ਸੁੱਖ ਪ੍ਰਾਪਤ ਕਰਾਂਗਾ, ਪਰ ਉਹ ਚਿੱਟੇ ਰੰਗ ਦਾ ਮਹਿਲ, ਵੱਡਾ ਮਹਿਲ, ਜਿੱਥੇ ਬਹਿ ਕੇ ਰੱਬ ਭੁੱਲ ਜਾਏ, ਉਹ ਕਹਿੰਦੇ ਮਹਿਲ ਸੜ ਜਾਏ, ਕਿਸੇ ਕੰਮ ਦਾ ਨਹੀਂ। ਫਿਰ ਕਹਿਣ ਲੱਗੇ ਕਬੀਰ, ਸੰਤਨ ਕੀ ਸੰਗਤ ਰਹੋ, ਜਾਓ ਕੀ ਭੂਸੀ ਖਾਓ। ਕਹਿੰਦੇ ਮੈਨੂੰ ਭਾਵੇਂ 2 ਵਕਤ ਪੇਟ ਪਰ ਖਾਣਾ ਨਾ ਮਿਲੇ, ਭਾਵੇਂ ਜਵਾਂ ਦੇ ਛਿਲਕੇ ਸੂੜੇ ਦੀ ਰੋਟੀ ਵੀ ਖਾਣੀ ਪਵੇ, ਉਹ ਵੀ ਮੈਂ ਮਨਜ਼ੂਰ ਕਰਾਂਗਾ, ਪਰ ਮੈਨੂੰ ਐਸੇ ਗੁਰਮੁਖਾਂ ਦੀ ਸੰਗਤ ਮਿਲੇ ਜਿਹੜੇ ਉਹ ਪਰਮੇਸ਼ਰ ਖੁਦਾ ਦੀ ਬੰਦਗੀ ਵਿੱਚ ਜੁੜੇ ਹੋਏ ਨੇ। ਇੱਥੇ ਮਹਾਰਾਜ ਕਹਿੰਦੇ ਨੇ, ਕਹਿੰਦੇ ਜਿਨ੍ਹਾਂ ਦੀ ਸੁਰਤ ਜਿਹੜੀ ਹੈ ਪ੍ਰਭੂ ਚਰਨਾਂ ਵਿੱਚ ਜੁੜੀ ਹੋਈ ਹੈ, ਐਸੇ ਗੁਰਮੁਖਾਂ ਦੀ ਸੰਗਤ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ। ਜਾ ਕੈ ਹਰ ਵਸਿਆ ਮਨ ਮਾਹੀ, ਜਿਨ੍ਹਾਂ ਦੇ ਹਰੀ ਪਰਮੇਸ਼ਰ ਮਨ ਦੇ ਵਿੱਚ ਵਸਿਆ ਹੋਇਆ ਏ, ਤਾ ਕੋ ਦੁਖ ਸੁਪਨੇ ਭੀ ਨਾਹੀ। ਕਹਿੰਦੇ ਉਹਨਾਂ ਦੇ ਸੁਪਨੇ ਵਿੱਚ ਵੀ ਕਦੇ ਦੁੱਖ ਨਹੀਂ ਆ ਸਕਦਾ, ਸੁਪਨੇ ਵਿੱਚ ਵੀ। ਹੁਣ ਇਹ ਨੁਕਤਾ ਬੜਾ ਸਮਝਣ ਵਾਲਾ ਹੈ। ਸੁਪਨੇ ਵਿੱਚ ਵੀ ਕਈ ਵਾਰ ਆਪਾਂ ਵੇਖਦੇ ਮਨੁੱਖ ਦੁਖੀ ਹੁੰਦਾ ਹੈ, ਦੁਖੀ ਹੁੰਦਾ ਹੈ। ਕਈ ਲੋਕ ਸੁਪਨੇ ਦੇ ਵਿੱਚ ਵੜਾਉਂਦੇ ਨੇ, ਕਿਸੇ ਨਾਲ ਲੜ ਰਹੇ ਹੁੰਦੇ ਨੇ,
ਕਿਸੇ ਨੂੰ ਗਾਲਾਂ ਕੱਢ ਰਹੇ ਹੁੰਦੇ ਨੇ, ਜਾਂ ਕਈ ਲੋਕ ਸੁੱਤੇ ਹੋਏ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਡਰ ਕੇ ਭੈ ਭੀਤ ਹੋ ਕੇ ਕਈਆਂ ਦੀਆਂ ਚੀਕਾਂ ਨਿਕਲ ਜਾਂਦੀਆਂ। ਸੁਪਨੇ ਦੇ ਵਿੱਚ ਵੀ ਉਹਨਾਂ ਨੂੰ ਸੁੱਖ ਨਹੀਂ, ਸੁਪਨੇ ਦੇ ਵਿੱਚ ਵੀ ਡਰ ਬਣਿਆ ਰਹਿੰਦਾ। ਤੇ ਭਗਤ ਰਵਿਦਾਸ ਜੀ ਨੇ ਬਾਣੀ ਦੇ ਅੰਦਰ ਐਸਾ ਇੱਕ ਜ਼ਿਕਰ ਵੀ ਕੀਤਾ। ਭਗਤ ਰਵਿਦਾਸ ਜੀ ਕਹਿੰਦੇ ਨੇ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਕਹਿਣ ਲੱਗੇ, ਰਾਜਾ ਆਪਣੇ ਸਿੰਘਾਸਨ ਤੇ ਬੈਠਾ ਤੇ ਬੈਠਿਆਂ ਬੈਠਿਆਂ ਨੀਂਦ ਆ ਗਈ। ਤੇ ਸਾਧ ਸੰਗਤ ਨੀਂਦ ਜਦੋਂ ਆਈ, ਨੀਂਦ ਵਿੱਚ ਸੁਪਨਾ ਆਇਆ, ਸੁਪਨੇ ਵਿੱਚ ਭਿਖਾਰੀ ਬਣ ਗਿਆ। ਭਿਖਾਰੀ ਬਣ ਕੇ ਦਰ ਦਰ ਤੇ ਮੰਗਦਾ ਫਿਰਦਾ ਹੈ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ। ਹੁਣ ਵੇਖੋ, ਭਾਵੇਂ ਉਹ ਰਾਜਾ ਏ ਪਰ ਸੁਪਨੇ ਦੇ ਵਿੱਚ ਦੁੱਖ ਪਾ ਰਿਹਾ, ਦੁਖੀ ਹੋ ਰਿਹਾ ਹੈ, ਭਿਖਾਰੀ ਬਣਿਆ ਹੋਇਆ ਹੈ। ਸੁਪਨੇ ਦੇ ਵਿੱਚ ਵੀ ਉਹਨੂੰ ਸੁੱਖ ਨਹੀਂ ਮਿਲ ਰਿਹਾ। ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਭਗਤ ਰਵਿਦਾਸ ਜੀ ਕਹਿੰਦੇ, ਸਾਡੀ ਜੀਵਨ ਦੀ ਵੀ ਉਹੀ ਹਾਲਤ ਹੈ। ਅਸੀਂ ਵੀ ਸੁੱਖ ਨਹੀਂ ਪਾ ਰਹੇ, ਅਸੀਂ ਵੀ ਸੁਪਨੇ ਵਿੱਚ ਵੀ ਦੁਖੀ ਹੋ ਰਹੇ ਹਾਂ। ਸੁਪਨੇ ਦੇ ਵਿੱਚ ਵੀ ਸਾਨੂੰ ਡਰ ਬਣਿਆ ਰਹਿੰਦਾ ਹੈ, ਸੁਪਨੇ ਵਿੱਚ ਵੀ ਭੈ ਆਉਂਦਾ ਹੈ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ, ਕਹਿਣ ਲੱਗੇ, ਕੁਝ ਲੋਕ ਸੁਪਨੇ ਦੇ ਵਿੱਚ ਸੁੱਤੇ ਹੋਏ ਨਾ, ਸੁਪਨੇ ਦੇ ਵਿੱਚ ਹੀ ਬੜਾਉਂਦੇ ਨੇ, ਬੋਲ ਰਹੇ ਹੁੰਦੇ ਨੇ, ਗੱਲਾਂ ਕਰ ਰਹੇ ਹੁੰਦੇ ਨੇ। ਤੇ ਬਾਬਾ ਕਬੀਰ ਸਾਹਿਬ ਕਹਿਣ ਲੱਗੇ, ਜਿਹੜਾ ਮਨੁੱਖ ਸੁਪਨੇ ਦੇ ਵਿੱਚ ਬੋਲਦਾ ਹੋਇਆ, ਭਾਵ ਬੜਾਉਂਦਾ ਹੋਇਆ, ਉਹਦੇ ਮੁਖੋਂ ਰਾਮ ਰਾਮ ਨਿਕਲੇ, ਉਹ ਮੁਖੋਂ ਵਾਹਿਗੁਰੂ ਵਾਹਿਗੁਰੂ ਆਖੇ, ਉਹ ਮੁਖੋਂ ਅੱਲਾ ਅੱਲਾ ਜਪੇ। ਕਹਿਣ ਲੱਗੇ, ਮੈਂ ਬਲਿਹਾਰੇ ਜਾਂਦਾ ਐਸੇ ਗੁਰਮੁਖ ਤੋਂ, ਉਹਦੇ ਪੈਰਾਂ ਦੇ ਜੋੜੇ ਵਾਸਤੇ ਮੈਂ ਆਪਣੇ ਤਨ ਦਾ ਚਮੜਾ ਵੀ ਹਾਜ਼ਰ ਕਰ ਦਿਆਂਗਾ। ਇੰਨੀ ਵਡਿਆਈ ਉਸ ਗੁਰਮੁਖ ਨੂੰ ਬਖਸ਼ਿਸ਼ ਕੀਤੀ। ਕਬੀਰ ਸੁਪਨੇ ਹੂੰ ਬਰੜਾਏ ਕੈ, ਜਿਹ ਮੁਖ ਨਿਕਸੈ ਰਾਮ, ਤਾਕੇ ਪਗ ਕੀ ਪਾ ਨਹੀਂ, ਮੇਰੇ ਤਨ ਕੋ ਚਾਮ। ਕਹਿੰਦੇ ਸੁਪਨੇ ਵਿੱਚ ਬੋਲੇ ਤੇ ਮੁਖੋਂ ਰਾਮ ਨਿਕਲੇ। ਤੇ ਸੱਚਮੁੱਚ ਜਿਨ੍ਹਾਂ ਨੂੰ ਜਾਗਦਿਆਂ ਪਰਮੇਸ਼ਰ ਨਹੀਂ ਵਿਸਰਦਾ, ਉਹ ਸੁਪਨੇ ਦੇ ਵਿੱਚ ਵੀ ਪਰਮੇਸ਼ਰ ਦੀ ਬੰਦਗੀ ਵਿੱਚ ਜੁੜੇ ਰਹਿੰਦੇ ਨੇ। ਜਿਹੜੇ ਜਾਗਦਿਆਂ ਹੋਇਆਂ ਸਾਸ ਗਰਾਸ ਵਾਹਿਗੁਰੂ ਦਾ ਨਾਮ ਸਿਮਰਦੇ ਨੇ, ਸਾਧ ਸੰਗਤ ਸੁੱਤੇ ਹੋਏ ਵੀ ਉਹਨਾਂ ਦਾ ਮਨ ਪਰਮੇਸ਼ਰ ਦੀ ਬੰਦਗੀ ਵਿੱਚ ਲੀਨ ਰਹਿੰਦਾ। ਕਿਉਂਕਿ ਸਰੀਰ ਭਾਵੇਂ ਸੌਂ ਜਾਂਦਾ, ਗਿਆਨ ਇੰਦਰੇ ਸੌਂ ਜਾਂਦੇ ਨੇ, ਪਰ ਮਨ ਨਹੀਂ ਸਾਧ ਸੰਗਤ ਸੌਂਦਾ, ਇਹ ਚੱਲੇ ਹੀ ਜਾਂਦਾ ਹੈ। ਮਨ ਜਿਹੜਾ ਹੈ ਨਾ, ਇਹ ਨਹੀਂ ਸੌਂਦਾ, ਇਹਦੀ ਜਿਹੜੀ ਗਰਦਸ਼ ਬਣੀ ਰਹਿੰਦੀ ਹੈ। ਤੇ ਤੁਸੀਂ ਵੇਖੋਗੇ ਸਰੀਰ ਸੁੱਤਾ ਹੋਇਆ, ਪਰ ਤੁਸੀਂ ਸੁਪਨਾ ਲੈ ਰਹੇ ਹੋ। ਸੁਪਨੇ ਵਿੱਚ ਪਤਾ ਨਹੀਂ ਕਿੰਨੇ ਮੁਲਕਾਂ ਦੀ ਤੁਸੀਂ ਸੈਰ ਕਰ ਲਈ, ਕਿੱਥੇ ਕਿੱਥੇ ਜਾ ਆਏ, ਕੀ ਕੁਝ ਖਾ ਲਿਆ, ਕੀ ਕੁਝ ਪੀ ਲਿਆ, ਕੀ ਕੁਝ ਦੇਖ ਲਿਆ। ਤੇ ਕਈ ਮਨੁੱਖ ਸੁਪਨੇ ਦੇ ਵਿੱਚ ਵਿਕਾਰ ਭੋਗਦੇ ਨੇ, ਕਿਉਂਕਿ ਵਿਕਾਰੀ ਬਿਰਤੀ ਹੈ। ਸੁਪਨੇ ਦੇ ਵਿੱਚ ਵੀ ਵਿਕਾਰ ਭੋਗ ਰਹੇ ਨੇ। ਤੇ ਕਈ ਮਨੁੱਖ ਸੁਪਨੇ ਦੇ ਵਿੱਚ ਬਾਣੀ ਪੜ੍ਹ ਰਹੇ ਨੇ, ਸੁਪਨੇ ਦੇ ਵਿੱਚ ਕਿਸੇ ਗੁਰਧਾਮ ਦੇ ਦਰਸ਼ਨ ਕਰ ਰਹੇ ਨੇ, ਸੁਪਨੇ ਦੇ ਵਿੱਚ ਸਤ ਸੰਗਤ ਕਰ ਰਹੇ ਨੇ, ਸੁਪਨੇ ਦੇ ਵਿੱਚ ਸੇਵਾ ਕਰ ਰਹੇ ਨੇ। ਸੁਪਨੇ ਦੇ ਵਿੱਚ ਵੀ ਉਹ ਗੁਰੂ ਚਰਨਾਂ ਨਾਲ ਜੁੜੇ ਹੋਏ ਨੇ। ਤੇ ਭਾਈ ਗੁਰਦਾਸ ਜੀ ਨੇ ਆਪਣੇ ਕਵਿਤਾ ਵਿੱਚ ਬੜਾ ਪਿਆਰਾ ਜ਼ਿਕਰ ਕੀਤਾ। ਕਹਿੰਦੇ, ਸੁਪਨ ਚਰਿੱਤਰ ਚਿੱਤਰ ਬਾਨਕ ਬਣੇ ਵਿਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਕਹਿੰਦੇ ਸੁਪਨੇ ਦੇ ਵਿੱਚ ਹੀ ਅੱਜ ਤੇ ਐਸਾ ਆਨੰਦ ਬਣਿਆ, ਉਹ ਪਿਆਰਾ ਪ੍ਰਭੂ ਮੇਰੇ ਹਿਰਦੇ ਘਰ ਵਿੱਚ ਆ ਕੇ ਬੁੱਠਾ। ਤੇ ਫਿਰ ਕਹਿੰਦੇ ਨੇ,
ਬੜਾ ਆਨੰਦ ਬਣ ਗਿਆ ਸੁਪਨੇ ਦੇ ਵਿੱਚ। ਪਰ ਹੋਇਆ ਕੀ, ਚਾਤਰਕ ਸ਼ਬਦ ਸੁਣ ਅੱਖੀਆਂ ਉਗਰ ਗਈ। ਕਹਿੰਦੇ ਜਦੋਂ ਬਬੀਹਾ ਬੋਲਿਆ ਨਾ, ਤੇ ਬਬੀਹੇ ਦੀ ਆਵਾਜ਼ ਸੁਣ ਕੇ ਅੰਮ੍ਰਿਤ ਵੇਲੇ ਅੱਖ ਖੁੱਲੀ। ਭਈ ਜਲ ਮੀਨ ਗਤ ਬਿਰਹੋ ਜਗਾਏ ਹੈ। ਕਹਿੰਦੇ ਸੁਪਨੇ ਵਾਲਾ ਆਨੰਦ ਜਿਹੜਾ ਸੀ ਨਾ, ਜਿਹੜਾ ਸੁੱਖ ਬਣਿਆ ਹੋਇਆ ਸੀ, ਕਹਿੰਦੇ ਉਹ ਲਿਵ ਜਿਹੜੀ ਸੀ ਟੁੱਟੀ ਜਦੋਂ। ਕਹਿੰਦੇ ਹੁਣ ਮਨ ਵਿੱਚ ਬਿਰਹੋ ਪੈਦਾ ਹੋ ਗਿਆ, ਵਿਯੋਗ ਪੈਦਾ ਹੋ ਗਿਆ ਮਨ ਵਿੱਚ। ਸੁਪਨੇ ਦੇ ਵਿੱਚ ਪਰਮੇਸ਼ਰ ਦੇ ਚਰਨਾਂ ਨਾਲ ਲਿਵ ਲੱਗ ਗਈ, ਸੁਰਤ ਜੁੜ ਗਈ। ਤੇ ਜਿਨ੍ਹਾਂ ਨੂੰ ਜਾਗਦਿਆਂ ਹੋਇਆਂ ਪਰਮੇਸ਼ਰ ਨਹੀਂ ਵਿਸਰਦਾ, ਉਹ ਸੁਪਨੇ ਦੇ ਵਿੱਚ ਵੀ ਪਰਮੇਸ਼ਰ ਦੀ ਬੰਦਗੀ ਵਿੱਚ ਜੁੜੇ ਰਹਿੰਦੇ ਨੇ। ਜਿਨ੍ਹਾਂ ਨੂੰ ਜਾਗਦਿਆਂ ਹੋਇਆਂ ਖਸਮ ਵਿਸਰਿਆ ਹੋਇਆ, ਸਾਧ ਸੰਗਤ ਸੁਪਨੇ ਦੇ ਵਿੱਚ ਵੀ ਉਹ ਵਿਕਾਰ ਭੋਗਦੇ ਨੇ, ਦੁਖੀ ਹੁੰਦੇ ਨੇ, ਖੱਜਲ ਤੇ ਖੁਆਰ ਹੁੰਦੇ ਨੇ। ਹਜੂਰ ਨੇ ਇੱਥੇ ਕਿਰਪਾ ਕੀਤੀ, ਜਾ ਕੇ ਹਰ ਵਸਿਆ ਮਨ ਮਾਹੀ, ਤਾ ਕੋ ਦੁੱਖ ਸੁਪਨੇ ਪੀ ਨਾਹੀ। ਕਹਿੰਦੇ ਉਹਨਾਂ ਨੂੰ ਕਦੇ ਸੁਪਨੇ ਵਿੱਚ ਵੀ ਕੋਈ ਦੁੱਖ ਪੋ ਨਹੀਂ ਸਕਦਾ, ਸੁਪਨੇ ਵਿੱਚ ਵੀ ਉਹ ਆਨੰਦਿਤ ਤੇ ਸੁਖੀ ਰਹਿੰਦੇ ਨੇ। ਸਰਬ ਨਿਧਾਨ ਰਾਖੇ ਜਨ ਮਾਹੇ, ਤਾ ਕੈ ਸੰਗ ਕਿਲ ਵਿਖ ਦੁਖ ਜਾਹੇ। ਕਹਿੰਦੇ ਬੰਦਗੀ ਕਰਨ ਵਾਲੇ ਤੇ ਪਰਮੇਸ਼ਰ ਦਾ ਰੂਪ ਹੋ ਗਏ, ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਕਹਿੰਦੇ ਕੋਈ ਫਰਕ ਨਹੀਂ, ਬੰਦਗੀ ਕਰਨ ਵਾਲਾ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਕਹਿੰਦੇ ਹੁਣ ਪਰਮੇਸ਼ਰ ਨੇ ਕਿਰਪਾ ਕਰਕੇ ਸਰਬ ਨਿਧਾਨ ਰਾਖੇ ਜਨ ਮਾਹੇ, ਸਾਰੇ ਸੁੱਖ ਦੇਣ ਵਾਲੇ ਪਦਾਰਥ, ਸਾਰੇ ਖਜ਼ਾਨੇ ਉਸ ਸੇਵਕ ਦੇ ਹਿਰਦੇ ਵਿੱਚ ਰੱਖ ਦਿੱਤੇ। ਭਾਵ ਬੰਦਗੀ ਕਰਨ ਵਾਲੇ ਦੇ ਹਿਰਦੇ ਵਿੱਚ ਹੀ ਸਾਰੇ ਸੁੱਖ ਆਨੰਦ ਭਰੇ ਹੋਏ ਨੇ। ਉਹ ਮਨ ਕਰਕੇ ਆਨੰਦਿਤ ਹੈ, ਉਹ ਦੁਨਿਆਵੀ ਸੁੱਖਾਂ ਦੀ ਖਾਤਰ ਭਟਕਦਾ ਨਹੀਂ। ਤੇ ਸਾਧ ਸੰਗਤ ਧਿਆਨ ਦੇਣਾ, ਲਾਲਚ ਬਹੁਤ ਦਿੱਤੇ ਜਾਂਦੇ ਨੇ ਸੁੱਖਾਂ ਦੇ, ਪਰ ਮੇਰੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਤਤੀ ਤਵੀ ਤੇ ਬੈਠੇ ਹੋਏ ਨੇ। ਤਤੀ ਤਵੀ ਤੇ ਬਹਿ ਕੇ ਸੀਸ ਵਿੱਚ ਗਰਮ ਰੇਤ ਪਾਈ ਗਈ, ਉਬਲਦੇ ਪਾਣੀ ਵਿੱਚ ਬਿਠਾ ਦਿੱਤਾ ਗਿਆ, ਪਰ ਉਹਨਾਂ ਦਾ ਉਹ ਸੁੱਖ ਸਕੂਨ ਚੈਨ ਖੋ ਨਹੀਂ ਸਕੇ, ਕਿਉਂਕਿ ਹਿਰਦੇ ਵਿੱਚ ਸੁੱਖ ਵਸਿਆ ਹੋਇਆ ਹੈ। ਇਸ ਕਰਕੇ ਚਾਹ ਕੇ ਵੀ ਉਹਨਾਂ ਨੂੰ ਦੁਖੀ ਨਹੀਂ ਕਰ ਸਕੇ। ਹਜੂਰ ਨੇ ਆਖਿਆ, ਦੁੱਖ ਨਹੀਂ ਸਭ ਸੁਖ ਹੀ ਹੈ ਰੇ, ਏਕੈ ਨੇਤੀ ਨੇਤੈ। ਕਹਿੰਦੇ ਕੋਈ ਦੁੱਖ ਨਹੀਂ, ਤਤੀ ਤਵੀ ਤੇ ਬਹਿ ਕੇ ਵੀ ਸੁਖ ਮਾਣਿਆ, ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲਿਆ ਹਜੂਰ ਨੇ। ਕਹਿੰਦੇ ਪਰਮੇਸ਼ਰ ਦਾ ਜਿਹੜਾ ਸੇਵਕ ਹੈ ਪਿਆਰਾ ਹੈ, ਸਾਰੇ ਨਿਧਾਨ ਸਾਰੇ ਖਜ਼ਾਨੇ ਪ੍ਰਭੂ ਉਹਦੇ ਹਿਰਦੇ ਵਿੱਚ ਟਿਕਾ ਦਿੰਦਾ ਹੈ। ਤਾ ਕੈ ਸੰਗ ਕਿਲ ਵਿਖ ਦੁਖ ਜਾਹੇ। ਕਹਿੰਦੇ ਐਸੇ ਗੁਰਮੁਖ ਦੀ ਸੰਗਤ ਮਿਲ ਜਾਏ ਤੇ ਸਾਡੇ ਪਾਪ ਵੀ ਕੱਟੇ ਜਾ ਸਕਦੇ ਨੇ, ਸਾਡੇ ਵੀ ਦੁੱਖ ਦੂਰ ਹੋ ਜਾਂਦੇ ਨੇ। ਹੁਣ ਸਾਧ ਸੰਗਤ ਜਿਸ ਵੇਲੇ ਮਨੁੱਖ ਪਾਪਾਂ ਦੀ ਦੁਨੀਆ ਵਿੱਚ ਗ੍ਰਸਤ ਹੁੰਦਾ ਹੈ ਤੇ ਪਾਪ ਕਰਦਾ ਤੁਰਿਆ ਜਾਂਦਾ ਹੈ, ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਫਿਰ ਮਨੁੱਖ ਪਾਪ ਕਮਾਉਂਦਾ, ਪਰਾਇਆ ਹੱਕ ਮਾਰਦਾ, ਕਿਸੇ ਦਾ ਗਲ ਵੱਢ ਦਿੰਦਾ। ਇਸ ਪਾਪ ਦੀ ਦੁਨੀਆ ਵਿੱਚ ਗਰਸਿਆ ਹੋਇਆ ਬੰਦਾ ਜਦੋਂ ਕਿਸੇ ਗੁਰਮੁਖ ਦੀ ਸੰਗਤ ਵਿੱਚ ਆਉਂਦਾ ਹੈ ਨਾ, ਤੇ ਗੁਰਮੁਖ ਦੀ ਸੰਗਤ ਵਿੱਚ ਆਉਣ ਦੇ ਨਾਲ ਉਹਦੇ ਪਾਪ ਕੱਟੇ ਜਾਂਦੇ ਨੇ। ਉਹਨੂੰ ਹੁਣ
ਪਾਪਾਂ ਦੀ ਦੁਨੀਆ ਤੋਂ ਨਿਜਾਤ ਮਿਲ ਗਈ, ਉਹ ਵੀ ਗੁਰਮੁਖ ਦੀ ਸੰਗਤ ਵਿੱਚ ਆਉਣ ਨਾਲ ਬੰਦਗੀ ਵਿੱਚ ਜੁੜ ਗਿਆ। ਉਹਦੇ ਵੀ ਦੁੱਖ ਜਿਹੜੇ ਨੇ ਦੂਰ ਹੋ ਜਾਂਦੇ ਨੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਦੁਨੀਆ ਦੇ ਲੋਕੋ ਇਸ ਗੱਲ ਨੂੰ ਐਵੇਂ ਮਜ਼ਾਕ ਵਿੱਚ ਨਾ ਲੈ ਲਿਓ। ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆ ਕਰ ਏਕ ਠੇ ਏਕ ਰੱਤੀ ਲੈ ਪਾਏ। ਕਹਿੰਦੇ ਐਵੇਂ ਇਸ ਗੱਲ ਨੂੰ ਮਜ਼ਾਕ ਨਾ ਸਮਝਿਓ ਕਿ ਬੰਦਗੀ ਕਰਨ ਵਾਲੇ ਦੀ ਸ਼ਰਨ ਵਿੱਚ ਆ ਕੇ ਜਦੋਂ ਬੰਦਗੀ ਵਿੱਚ ਮਨੁੱਖ ਜੁੜਦਾ ਉਹਦੇ ਸਾਰੇ ਪਾਪ ਕੱਟੇ ਜਾਂਦੇ ਨੇ। ਕਹਿੰਦੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਲੱਕੜਾਂ ਦਾ ਬਹੁਤ ਵੱਡਾ ਢੇਰ ਲੱਗਾ ਹੋਵੇ ਤੇ ਉਸ ਢੇਰ ਨੂੰ ਸਾੜਨ ਵਾਸਤੇ ਲੱਖਾਂ ਮਣ ਅੱਗ ਦੀ ਲੋੜ ਨਹੀਂ ਪੈਂਦੀ, ਇੱਕ ਚਿੰਗਾੜੀ ਬਹੁਤ ਹੈ। ਇਸੇ ਤਰ੍ਹਾਂ ਗੁਰਮੁਖ ਦੀ ਸੰਗਤ ਵਿੱਚ ਆ ਕੇ ਜਦੋਂ ਲਿਵ ਪ੍ਰਭੂ ਚਰਨਾਂ ਨਾਲ ਜੁੜੀ ਤੇ ਕਈ ਜਨਮਾਂ ਦੇ ਪਾਪ ਕਰਮ ਜਿਹੜੇ ਨੇ ਸਾਧ ਸੰਗਤ ਕੱਟੇ ਜਾਂਦੇ ਨੇ। ਅਗਲੇ ਬੰਦ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਨ ਕੀ ਮਹਿਮਾ ਕਥੀ ਨਾ ਜਾਏ। ਕਹਿੰਦੇ ਰੱਬ ਦਾ ਜਿਹੜਾ ਪਿਆਰਾ ਸੇਵਕ ਬੰਦਗੀ ਕਰਨ ਵਾਲਾ, ਉਹਦੀ ਮਹਿਮਾ ਬਿਆਨ ਨਹੀਂ ਕਰ ਸਕਦੇ। ਉਹਦੇ ਬਾਰੇ ਜੋ ਮਰਜ਼ੀ ਕਹੀ ਜਾਈਏ ਉਹ ਪੂਰਾ ਨਹੀਂ ਹੋਵੇਗਾ, ਕਿਉਂਕਿ ਉਹਦੀ ਅਵਸਥਾ ਬੜੀ ਉੱਚੀ ਹੈ। ਜਪ ਬਾਣੀ ਦੇ ਵਿੱਚ ਮਹਾਰਾਜ ਨੇ ਆਖਿਆ, ਮੰਨੇ ਕੀ ਗਤ ਕਹੀ ਨਾ ਜਾਏ। ਜੇ ਕੋ ਕਹੈ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ। ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੇ ਮਨ ਕੋਏ। ਕਹਿੰਦੇ ਪਰਮੇਸ਼ਰ ਦਾ ਨਾਮ ਐਸਾ ਹੈ ਜਿਹੜਾ ਵੀ ਜਪਦਾ ਹੈ ਉਹਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ, ਉਹਦੇ ਬਾਰੇ ਕੋਈ ਬਿਆਨ ਹੀ ਨਹੀਂ ਕਰ ਸਕਦਾ। ਜਨ ਕੀ ਮਹਿਮਾ ਕਥੀ ਨਾ ਜਾਏ। ਕਹਿੰਦੇ ਉਹਦੀ ਮਹਿਮਾ ਕਥਨ ਨਹੀਂ ਕਰ ਸਕਦੇ, ਬਿਆਨ ਨਹੀਂ ਕਰ ਸਕਦੇ। ਪਾਰ ਬ੍ਰਹਮ ਜਨ ਰਹਾ ਸਮਾਏ। ਕਹਿੰਦੇ ਉਹ ਪਰਮੇਸ਼ਰ ਪ੍ਰਭੂ ਜੋ ਸਾਰੀ ਕਾਇਨਾਤ ਵਿੱਚ ਰਮਿਆ ਹੋਇਆ ਹੈ, ਉਹ ਪ੍ਰਭੂ ਤੇ ਬੰਦਗੀ ਕਰਨ ਵਾਲਾ ਉਹ ਸੇਵਕ, ਉਹ ਜਨ, ਉਹ ਫਿਰ ਇੱਕ ਹੀ ਹੋ ਜਾਂਦੇ ਨੇ। ਇੱਕ ਹੀ, ਕੋਈ ਫਰਕ ਨਹੀਂ ਰਹਿ ਜਾਂਦਾ ਉਹਨਾਂ ਦੇ ਵਿੱਚ, ਕੋਈ ਅੰਤਰ ਨਹੀਂ ਰਹਿ ਜਾਂਦਾ, ਇੱਕ ਰੂਪ ਹੋ ਜਾਂਦੇ ਨੇ। ਤੇ ਆਖਰੀ ਬੰਦ ਵਿੱਚ ਹਜੂਰ ਬੇਨਤੀ ਕਰਦੇ ਨੇ, ਕਰ ਕਿਰਪਾ ਪ੍ਰਭ ਬਿਨੋ ਸੁਨੀਜੈ। ਕਹਿਣ ਲੱਗੇ, ਹੇ ਪ੍ਰਭੂ ਮੇਰੀ ਬੇਨਤੀ ਹੈ, ਮੇਰੀ ਅਰਦਾਸ ਹੈ, ਕਿਰਪਾ ਕਰਕੇ ਤੁਸੀਂ ਸੁਣੋ। ਤੇ ਅਰਦਾਸ ਕਿਉਂ ਕੀਤੀ? ਅਰਦਾਸ ਦੇ ਵਿੱਚ ਕੀ ਭਾਵ ਹੈ? ਅਰਦਾਸ ਦੇ ਵਿੱਚ ਇਹੋ ਹੀ ਭਾਵਨਾ ਕਿ ਮੈਨੂੰ ਗੁਰਮੁਖਾਂ ਦੀ ਸੰਗਤ ਮਿਲੇ, ਮੈਂ ਮਨਮੁਖਾਂ ਦੀ ਸੰਗਤ ਤੋਂ ਬਚਿਆ ਰਹਾ। ਇਹੋ ਭਾਵਨਾ ਲੈ ਕੇ ਅਰਦਾਸ ਕੀਤੀ। ਇਹ ਭਾਵਨਾ ਸਾਧ ਸੰਗਤ ਸਾਡੀ ਵੀ ਬਣ ਜਾਣੀ ਚਾਹੀਦੀ ਹੈ। ਜਿੱਥੇ ਅਸੀਂ ਅਰਦਾਸਾਂ ਕਰਦੇ ਮਹਾਰਾਜ ਦੇ ਚਰਨਾਂ ਵਿੱਚ ਪਦਾਰਥਾਂ ਦੇ ਲਈ, ਦੁਨਿਆਵੀ ਸੁੱਖਾਂ ਵਾਸਤੇ, ਉਥੇ ਇਹ ਅਰਦਾਸ ਵੀ ਜ਼ਰੂਰ ਕਰਿਆ ਕਰੀਏ, ਹੇ ਵਾਹਿਗੁਰੂ ਕਿਰਪਾ ਕਰੋ, ਸਾਨੂੰ ਵੀ ਰੱਬ ਦੇ ਪਿਆਰਿਆਂ ਬੰਦਗੀ ਕਰਨ ਵਾਲਿਆਂ ਦਾ ਮੇਲ ਕਰਾਓ। ਇਹ ਅਰਦਾਸ ਹੋਣੀ ਚਾਹੀਦੀ ਹੈ। ਅਸੀਂ ਮਨਮੁਖਾਂ ਤੋਂ, ਕੁਸੰਗੀਆਂ ਤੋਂ ਬਚੇ ਰਹੀਏ, ਦੂਰ ਰਹੀਏ। ਇਹ ਅਰਦਾਸ ਵੀ ਗੁਰੂ ਚਰਨਾਂ ਵਿੱਚ ਆ ਕੇ ਕਰਿਆ ਕਰੋ, ਕਿਉਂਕਿ ਮਨਮੁਖ ਬੰਦਾ, ਕੁਸੰਗੀ ਬੰਦਾ, ਉਹਦੀ ਸੰਗਤ ਵਿੱਚ ਬੈਠੋਗੇ ਤੇ ਜੀਵਨ ਦੇ ਵਿੱਚ ਨੁਕਸਾਨ ਹੀ ਨੁਕਸਾਨ ਹੋਏਗਾ, ਉਹਦਾ ਲਾਭ ਕੋਈ ਨਹੀਂ ਹੋਣਾ। ਇਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਮੈਂ ਆਪ ਨਾਲ ਸਾਂਝੇ ਕਰਕੇ ਸਮਾਪਤੀ ਵਾਲੇ ਪਾਸੇ ਆਵਾਂ। ਭਾਈ ਗੁਰਦਾਸ ਜੀ ਕਹਿੰਦੇ, ਮਨਮੁਖ ਬੰਦਾ ਨਾ ਤੇ ਉਹਦੇ ਨਾਲ ਬਹੁਤੀ ਪ੍ਰੀਤ ਬਣਾਓ ਤੇ ਨਾ ਹੀ ਉਹਦੇ ਨਾਲ ਬਹੁਤਾ ਵੈਰ ਰੱਖੋ। ਕਹਿਣ ਤੋਂ ਭਾਵ ਕਿ ਮਨਮੁਖ ਬੰਦਿਆਂ ਤੋਂ, ਕੁਸੰਗੀਆਂ ਤੋਂ ਦੂਰ ਹੀ ਰਹਿਣਾ ਚਾਹੀਦਾ, ਦੂਰ ਰਹਿਣਾ ਚਾਹੀਦਾ। ਬੜੇ ਪਿਆਰੇ ਬਚਨ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ। ਕੋਇਲਾ ਸੀਤਲ ਕਰ ਕਰਤ ਸਿਆਮ ਗਹਿ, ਪਰਸ ਤਪਤ ਪਰ ਦਗਧ ਕਰਤ ਹੈ। ਕਹਿੰਦੇ ਜੇ ਕੋਈ ਕੋਲੇ ਨੂੰ
ਠੰਡੇ ਨੂੰ ਹੱਥ ਵਿੱਚ ਫੜ ਲਏਗਾ ਨਾ, ਵੀ ਕੋਇਲਾ ਠੰਡਾ ਹੈ, ਠੰਡੇ ਨੂੰ ਹੱਥ ਵਿੱਚ ਫੜਿਆ ਤੇ ਹੱਥ ਕਾਲਾ ਹੋ ਜਾਏਗਾ। ਤੇ ਜੇ ਕੋਈ ਗਰਮ ਕੋਇਲੇ ਨੂੰ ਹੱਥ ਪਾਏਗਾ ਤੇ ਹੱਥ ਸਾੜ ਕੇ ਰੱਖ ਦੇਗਾ। ਹੁਣ ਕੋਇਲੇ ਦੀ ਸੰਗਤ ਕਰਨ ਕਰਕੇ ਦੋਨਾਂ ਹਾਲਤਾਂ ਵਿੱਚ ਨੁਕਸਾਨ ਹੀ ਹੋਣਾ ਹੈ। ਚਾਹੇ ਠੰਡੇ ਨੂੰ ਹੱਥ ਵਿੱਚ ਫੜ ਲਓ ਤਾਂ ਵੀ ਹੱਥਾਂ ਨੂੰ ਕਾਲਖ ਲੱਗੇਗੀ, ਜੇ ਗਰਮ ਹੱਥ ਵਿੱਚ ਫੜਾਂਗੇ ਹੱਥ ਸੜੇਗਾ। ਤੇ ਦੂਜੀ ਉਦਾਹਰਨ ਉਹਨਾਂ ਨੇ ਦਿੱਤੀ, ਕਹਿੰਦੇ ਕੁੱਤਾ, ਕੂਕਰ, ਕਹਿੰਦੇ ਜੇ ਪਿਆਰ ਨਾਲ ਤੁਹਾਨੂੰ ਚੱਟ ਲਏਗਾ ਤਾਂ ਵੀ ਨੁਕਸਾਨ ਹੈ, ਤੇ ਜੇ ਗੁੱਸੇ ਵਿੱਚ ਆ ਕੇ ਕੱਟ ਲਏਗਾ ਤੇ ਫਿਰ ਤੇ ਪੀੜਾ ਬਰਦਾਸ਼ਤ ਹੀ ਨਹੀਂ ਹੋ ਸਕਦੀ। ਕੂਕਰ ਕੇ ਚਾਟ ਤਕਲੇਵਰੇ ਲੱਗ ਗਏ ਛੋਤ। ਕਈ ਬਿਮਾਰੀਆਂ ਐਸੀਆਂ ਜਿਹੜੀਆਂ ਚੱਟਣ ਨਾਲ ਲੱਗ ਜਾਂਦੀਆਂ, ਛੂਤ ਦੇ ਰੋਗ। ਤੇ ਖਾਸ ਕਰਕੇ ਜਦੋਂ ਕੁੱਤੇ ਦੇ ਵਿੱਚ ਹਲਕਾਅ ਵਾਲੇ ਲੱਛਣ ਆ ਜਾਣ, ਉਹ ਕਿਸੇ ਨੂੰ ਚੱਟ ਵੀ ਲਵੇ ਤੇ ਤਾਂ ਵੀ ਉਹਦਾ ਨੁਕਸਾਨ ਹੋ ਜਾਏਗਾ। ਜੇ ਕੱਟ ਲਿਆ ਤੇ ਫਿਰ ਤੇ ਨੁਕਸਾਨ ਹੋਣਾ ਹੀ ਹੋਣਾ ਹੈ। ਕੂਕਰ ਕੇ ਕਾਟਤ, ਕੂਕਰ ਕੇ ਚਾਟਤ ਕਲੇਵਰੇ ਲਾਗੇ ਛੋਤ, ਕਾਟਤ ਸਰੀਰ ਪੁੰਨ ਧੀਰ ਨਾ ਧਰਤ ਹੈ। ਕਹਿੰਦੇ ਜੇ ਗੁੱਸੇ ਵਿੱਚ ਆ ਕੇ ਕੱਟ ਲਿਆ ਤਾਂ ਵੀ ਨੁਕਸਾਨ, ਜੇ ਪਿਆਰ ਨਾਲ ਚੱਟ ਲਿਆ ਤਾਂ ਵੀ ਨੁਕਸਾਨ। ਤੇ ਤੀਜੀ ਉਦਾਹਰਨ ਦਿੱਤੀ, ਕਹਿਣ ਲੱਗੇ ਫੂਟਤ ਹੀ ਗਾਗਰ ਜਿਉਂ ਪੇ ਪਰਤ ਪਖਾਨ ਪਰ। ਗਾਗਰ ਮਿੱਟੀ ਦਾ ਘੜਾ, ਕਹਿੰਦੇ ਮਿੱਟੀ ਦਾ ਘੜਾ ਜੇਕਰ ਪੱਥਰ ਦੇ ਉੱਪਰ ਡਿੱਗ ਪਵੇ ਤਾਂ ਨੁਕਸਾਨ ਕਿਹਦਾ ਹੋਏਗਾ? ਘੜੇ ਦਾ। ਮਿੱਟੀ ਦਾ ਘੜਾ ਪੱਥਰ ਤੇ ਡਿੱਗਿਆ ਵੀ ਘੜੇ ਦਾ ਨੁਕਸਾਨ ਹੈ। ਤੇ ਭਾਈ ਸਾਹਿਬ ਕਹਿੰਦੇ ਜੇਕਰ ਪੱਥਰ ਘੜੇ ਉੱਪਰ ਡਿੱਗੇ ਤਾਂ ਵੀ ਨੁਕਸਾਨ ਘੜੇ ਦਾ ਹੀ ਹੋਣਾ ਹੈ। ਫੂਟਤ ਹੀ ਗਾਗਰ ਜਿਉਂ ਪੈ ਪਰਤ ਪਕਾਨ ਪਰ, ਪਾਹਨ ਪਰਤ ਪੁੰਨ ਗਾਗਰ ਹਰਤ ਹੈ। ਕਹਿੰਦੇ ਪੱਥਰ ਵੱਜਿਆ ਤਾਂ ਵੀ ਘੜੇ ਦਾ ਨੁਕਸਾਨ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਨੇ ਆਖਿਆ, ਮਨਮੁਖ ਬੰਦੇ, ਸਾਖਤ ਬੰਦੇ, ਅਸਾਧ ਬੰਦੇ, ਉਹਨਾਂ ਦੇ ਨਾਲ ਨਾ ਤੇ ਬਹੁਤੀ ਪ੍ਰੀਤ ਬਣਾਓ, ਨਾ ਹੀ ਦੁਸ਼ਮਣੀ ਪਾਓ, ਉਹਨਾਂ ਤੋਂ ਦੂਰ ਹੀ ਰਹਿਣ ਵਿੱਚ ਭਲਾਈ ਹੈ। ਆਖਰੀ ਬੰਦ ਵਿੱਚ ਇਹਦੀ ਵਿਆਖਿਆ ਬੜੀ ਪਿਆਰੀ ਕੀਤੀ, ਕਹਿਣ ਲੱਗੇ ਤੈਸੇ ਹੀ ਅਸਾਧ ਸੰਗ ਪ੍ਰੀਤ ਹੂੰ ਵਿਰੋਧ ਬੁਰੋ, ਲੋਕ ਪਰਲੋਕ ਦੁੱਖ ਦੋਖ ਨਾ ਟਰਤ ਹੈ। ਕਹਿੰਦੇ ਸਾਖਤ ਬੰਦਿਆਂ ਦੇ ਨਾਲ ਬੈਠਣ ਉੱਠਣ ਬਣ ਗਿਆ, ਪ੍ਰੀਤ ਬਣ ਗਈ ਜਾਂ ਦੁਸ਼ਮਣੀ ਪਾ ਲਈ। ਕਹਿੰਦੇ ਦੋਨਾਂ ਹਾਲਤਾਂ ਵਿੱਚ ਨੁਕਸਾਨ ਹੀ ਹੋਣਾ ਹੈ। ਦੁਸ਼ਮਣੀ ਪਾਓਗੇ ਤਾਂ ਵੀ ਉਹ ਤੁਹਾਡਾ ਨੁਕਸਾਨ ਕਰਨਗੇ, ਤੁਹਾਨੂੰ ਦੁੱਖ ਦੇਣਗੇ। ਜੇਕਰ ਪ੍ਰੀਤ ਬਣ ਗਈ, ਉਹਨਾਂ ਦੀ ਸੰਗਤ ਵਿੱਚ ਬੈਠਣ ਉੱਠਣ ਲੱਗ ਪਏ ਤਾਂ ਵੀ ਨੁਕਸਾਨ ਹੈ। ਹੁਣ ਬੈਠਣ ਉੱਠਣ ਦੀ ਜਦੋਂ ਗੱਲ ਆਉਂਦੀ ਹੈ ਨਾ, ਤੇ ਕਈ ਵਾਰੀ ਨਾ ਬਹੁਤ ਗੁਰਮੁਖ ਪਿਆਰੇ, ਕਈ ਸੱਜਣ ਇਹ ਸਵਾਲ ਕਰ ਦਿੰਦੇ ਨੇ ਕਿ ਅਸੀਂ ਜੀ ਖਾਧਾ ਪੀਤਾ ਤੇ ਕੁਛ ਨਹੀਂ, ਪਰ ਪੀਣ ਖਾਣ ਵਾਲਿਆਂ ਦੇ ਕੋਲ ਬੈਠ ਗਏ ਸੀ। ਇਹ ਸਵਾਲ ਹੁੰਦਾ ਕਈ ਵਾਰ ਕਿ ਕੋਲ ਬੈਠਿਆਂ ਵੀ ਸਾਡਾ ਨੁਕਸਾਨ ਹੋਏਗਾ। ਕਈ ਕਹਿਣਗੇ ਅਸੀਂ ਜੂਆ ਨਹੀਂ ਖੇਡਿਆ, ਪਰ ਖੇਡਣ ਵਾਲਿਆਂ ਦੇ ਕੋਲ ਬੈਠੇ ਸੀ। ਅਸੀਂ ਮਾੜੀ ਸੰਗਤ ਨਹੀਂ ਕਰਦੇ, ਕੁਸੰਗਤ ਤੋਂ ਦੂਰ ਰਹਿੰਦੇ ਆ, ਪਰ ਕਈ ਵਾਰੀ ਕੁਸੰਗੀ ਜਿਹੜੇ ਨੇ ਉਹਨਾਂ ਦੇ ਕੋਲ ਬਹਿ ਜਾਈਦਾ। ਕੀ ਕੋਲ ਬੈਠਣ ਨਾਲ ਵੀ ਨੁਕਸਾਨ ਹੋਏਗਾ? ਹੁਣ ਸਵਾਲ ਇਹ ਸਾਰਿਆਂ ਦੇ ਮਨ ਵਿੱਚ ਹੀ ਪੈਦਾ ਹੁੰਦਾ ਕਿ ਅਸੀਂ दारू ਸ਼ਰਾਬ ਨਸ਼ਾ ਪੱਤਾ ਪੀਤਾ ਖਾਦਾ ਨਹੀਂ, ਪਰ ਖਾਣ ਪੀਣ ਵਾਲਿਆਂ ਦੇ ਕੋਲ ਬੈਠੇ ਸੀ। ਕਿ ਕੋਲ ਬੈਠਣ ਨਾਲ ਵੀ ਸਾਡਾ ਨੁਕਸਾਨ ਹੋਏਗਾ ਕੋਈ? ਬਿਲਕੁਲ ਹੋਏਗਾ। ਅੱਜ ਇਹ ਗੱਲ ਸਾਨੂੰ ਪੱਕੀ ਮਨ ਵਿੱਚ ਵਸਾ ਲੈਣੀ ਚਾਹੀਦੀ ਹੈ ਕਿ ਅਸੀਂ ਭਾਵੇਂ ਨਸ਼ਾ ਪੱਤਾ ਨਹੀਂ ਕੀਤਾ, ਪਰ ਕਰਨ ਵਾਲਿਆਂ ਦੇ ਕੋਲ ਬੈਠੇ ਆ, ਸਾਡਾ ਤਾਂ ਵੀ ਨੁਕਸਾਨ ਹੋ ਜਾਣਾ ਹੈ। ਅਸੀਂ ਚੋਰਾਂ ਜਵਾਰਾਂ ਜਵਾਰੀਆਂ ਦੇ ਕੋਲ ਬਹਿ ਗਏ ਆ, ਅਸੀਂ ਚੋਰੀ ਨਹੀਂ ਕੀਤੀ, ਜੂਆ ਨਹੀਂ ਖੇਡਿਆ, ਪਰ ਉਹਨਾਂ ਦੇ ਕੋਲ ਬੈਠੇ ਆ, ਤਾਂ ਵੀ ਸਾਡਾ ਨੁਕਸਾਨ ਹੋਏਗਾ। ਬਾਣੀ ਦਾ ਬੜਾ ਪਿਆਰਾ ਬਚਨ, ਕਹਿਣ ਲੱਗੇ ਧਿਆਨ ਦਿਓ, ਜਦੋਂ ਚੌਲ ਜਿਹੜੇ ਨੇ ਛੜੇ ਜਾਂਦੇ ਨੇ
ਤੇ ਚੌਲ ਕੱਢਣ ਦੀ ਖਾਤਰ ਜਿਹੜੀ ਤੁਖ ਹੈ ਉਹਨੂੰ ਮੋਹਲੀਆਂ ਸਹਿਣੀਆਂ ਪੈਂਦੀਆਂ ਨੇ। ਤੇ ਕਬੀਰ ਸਾਹਿਬ ਦਾ ਪਾਵਨ ਬਚਨ, ਕਬੀਰ ਚਾਵਲ ਕਾਰਨੇ ਤੁਖ ਕੋ ਮੋਹਲੀ ਲਾਏ, ਸੰਗ ਕੁਸੰਗੀ ਬੈਸ ਤੇ ਤਬ ਪੁੱਛੇ ਧਰਮ ਰਾਏ। ਕਹਿੰਦੇ ਕੁਸੰਗੀਆਂ ਦੇ ਕੋਲ ਬੈਠੋਗੇ ਤੇ ਤੁਹਾਨੂੰ ਵੀ ਧਰਮ ਰਾਜੇ ਅੱਗੇ ਜਵਾਬ ਦੇ ਹੋਣਾ ਪਵੇਗਾ ਵੀ ਤੁਸੀਂ ਉੱਥੇ ਕਰਦੇ ਕੀ ਸੀ। ਜਿਵੇਂ ਚੌਲ ਕੱਢਣ ਵਾਸਤੇ ਤੁਖ ਨੂੰ ਮੋਹਲੀਆਂ ਪੈਂਦੀਆਂ ਨੇ, ਇਸੇ ਤਰ੍ਹਾਂ ਕੁਸੰਗੀ, ਚੋਰ ਜਾਰ ਜਵਾਰ, ਮਾੜੇ ਕਰਮ ਕਰਨ ਵਾਲੇ, ਉਹਨਾਂ ਨੂੰ ਤੇ ਮਾਰ ਪੈਣੀ ਪੈਣੀ ਹੈ। ਨਾਲ ਤੁਹਾਨੂੰ ਵੀ ਸਜ਼ਾ ਮਿਲੇਗੀ, ਨਾਲ ਤੁਹਾਨੂੰ ਵੀ ਜਵਾਬ ਦੇ ਹੋਣਾ ਪਵੇਗਾ। ਇਸ ਕਰਕੇ ਯਤਨ ਕਰਿਆ ਕਰੀਏ ਕਿ ਮਨਮਤ ਕਰਨ ਨਾਲੋਂ, ਮਨਮੁਖਾਂ ਵਿੱਚ ਬੈਠਣ ਨਾਲੋਂ ਕਿਨਾਰੇ ਕਰ ਜਾਓ। ਜਿੱਥੇ ਮਨਮਤ ਹੋ ਰਹੀ ਹੈ, ਜਿੱਥੇ ਮਨਮੁਖ ਬੰਦੇ ਬੈਠੇ ਨੇ, ਉੱਥੇ ਬੈਠਣ ਵਿੱਚ ਸਾਡਾ ਭਲਾ ਨਹੀਂ ਹੋਣਾ। ਗੁਰਮੁਖਾਂ ਦੀ ਸੰਗਤ ਵਿੱਚ ਬੈਠੀਏ। ਤੇ ਇੱਥੋਂ ਤੱਕ ਵੀ ਛੂਟ ਦਿੱਤੀ, ਕਬੀਰ ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਕਹਿੰਦੇ ਗੁਰਮੁਖਾਂ ਦੀ ਸੰਗਤ ਵਿੱਚ ਇੱਕ ਘੜੀ ਬੈਠੇਗਾ, ਅੱਧੀ ਘੜੀ ਬੈਠੇਗਾ, ਅੱਧੀ ਤੋਂ ਵੀ ਅੱਧੀ ਬੈਠੇਗਾ, ਉਹਦਾ ਵੀ ਲਾਭ ਤੈਨੂੰ ਮਿਲੇਗਾ। ਪਰ ਮਨਮੁਖਾਂ ਕੋਲ ਜੇ ਬਹਿ ਗਿਆ ਤੇ ਤੈਨੂੰ ਵੀ ਨਾਲੇ ਤਲਬ ਕੀਤਾ ਜਾਏਗਾ। ਇਸ ਕਰਕੇ ਗੁਰੂ ਸਾਹਿਬ ਇੱਥੇ ਅਰਦਾਸ ਕਰਦੇ ਨੇ, ਹੇ ਮਹਾਰਾਜ ਮੇਰੇ ਤੇ ਕਿਰਪਾ ਕਰੋ, ਕਰ ਕਿਰਪਾ ਪ੍ਰਭ ਬਿਨੋ ਸੁਨੀਜੈ, ਦਾਸ ਕੀ ਧੂਰ ਨਾਨਕ ਕੋ ਦੀਜੈ। ਕਹਿਣ ਲੱਗੇ ਕਿਰਪਾ ਕਰਕੇ ਮੇਰੀ ਬੇਨਤੀ ਸੁਣੋ, ਮੈਨੂੰ ਪ੍ਰਭੂ ਦੀ ਬੰਦਗੀ ਕਰਨ ਵਾਲੇ ਉਸ ਸੇਵਕ ਦੇ, ਦਾਸ ਦੇ ਚਰਨਾਂ ਦੀ ਧੂੜ ਦਿਓ। ਚਰਨਾਂ ਦੀ ਧੂੜ ਮੰਗਣ ਤੋਂ ਭਾਵ ਗੁਰਮੁਖਾਂ ਦੀ ਸੰਗਤ ਮਿਲੇ, ਰੱਬ ਦੇ ਪਿਆਰਿਆਂ ਦੀ ਸੰਗਤ ਮਿਲੇ। ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠਾਂਗੇ ਤੇ ਸਾਡੇ ਮਨ ਵਿੱਚ ਵੀ ਬੰਦਗੀ ਦਾ ਚਾਅ ਪੈਦਾ ਹੋਏਗਾ। ਚਾਅ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਸੋ ਆਪਾਂ ਵੀ ਇਹ ਅਰਦਾਸ ਗੁਰੂ ਚਰਨਾਂ ਵਿੱਚ ਕਰਨੀ ਹੈ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵੀਸਰਿਆ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਨਾ ਚਿਤਾਰਨੀਆਂ। ਗੁਰੂ ਗ੍ਰੰਥ ਸਾਹਿਬ ਜੀ ਅਤੇ ਸਰਬੱਤ ਸੰਗਤਾਂ ਦਾ, ਪ੍ਰਬੰਧਕਾਂ ਦਾ ਧੰਨਵਾਦ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ।